ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਬੈਕ ਟੂ ਮਾਈ YouTube ਚੈਨਲ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਪੈਰਾਮੈਡੀਕਲ ਸਟਾਫ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਉਹ ਕੱਢੀਆਂ ਜਾ ਰਹੀਆਂ ਨੇ। ਜੋ ਨੋਟੀਫਿਕੇਸ਼ਨ ਸੀ ਜਿਹੜਾ ਅਖਬਾਰ ਦੇ ਵਿੱਚੋਂ ਕਾਫੀ ਟਾਈਮ ਪਹਿਲਾਂ ਆ ਚੁੱਕਿਆ ਸੀ। ਸੋ ਹੁਣ ਜਿਹੜੀਆਂ ਵੈਕੈਂਸੀਜ਼ ਨੇ ਇਹ ਬਾਬਾ ਫਰੀਦ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਉੱਥੇ ਨੋਟੀਫਿਕੇਸ਼ਨ ਦੇਖ ਸਕਦੇ ਹੋ। ਤੇ ਇਹਦੇ ਵਿੱਚ ਦੇਖੋ ਜੀ ਆਪਣੇ ਕੋਲੇ ਪੂਰੀ ਨੋਟੀਫਿਕੇਸ਼ਨ ਹੈਗੀ ਹੈ। ਇਹਦੇ ਵਿੱਚ ਜਿਹੜੀਆਂ ਪੋਸਟਾਂ ਨੇ ਜੀ ਸਾਰੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਦੀਆਂ ਨੇ ਤੇ ਇਹਦੀ ਜਿਹੜੀ ਭਰਤੀ ਹੈ ਜੀ ਉਹ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਹੋਏਗੀ। ਸੋ ਤੁਸੀਂ ਦੇਖ ਸਕਦੇ ਹੋ ਵਿਸ਼ਾ ਲਿਖਿਆ ਹੋਇਆ ਠੀਕ ਹੈ ਇਹਦੇ ਵਿੱਚ। ਤੇ ਦੇਖਾਂਗੇ ਆਪਾਂ ਕਿ ਕਿੰਨੀਆਂ ਟੋਟਲ ਪੋਸਟਾਂ ਨੇ ਜੀ। ਸੋ ਜਿਹੜੀਆਂ ਪੋਸਟਾਂ ਨੇ 1068 ਨੇ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਅੱਗੇ ਕਿਹੜੇ ਪੋਸਟਾਂ ਨੇ। देखो सब तो पहला ਜਿਹੜੀਆਂ ਹੈਗੀਆਂ ਨੇ ਜੀ ਸਟਾਫ ਨਰਸਸ ਦੀਆਂ ਪੋਸਟਾਂ ਨਾ। ਸਟਾਫ ਨਰਸਸ ਦੀਆਂ ਅਸਾਮੀਆਂ ਨੇ ਟੋਟਲ ਹੈਗੀਆਂ 922 ਔਰ ਇਹ 7th ਪੇ ਕਮਿਸ਼ਨ ਦੇ ਅੰਡਰ ਹੋਣਗੀਆਂ ਜੀ। ਮਤਲਬ ਤੁਹਾਡੀ ਜਿਹੜੀ ਬੇਸਿਕ ਪੇ ਹੋਏਗੀ ਉਹ 29,200 ਹੋਏਗੀ। ਦੇਖੋ ਜੀ ਇਹਦੇ ਵਿੱਚ ਅਪਲਾਈ ਕੌਣ ਕਰ ਸਕਦਾ? ਸਟਾਫ ਨਰਸਸ ਦੇ ਲਈ ਉਹਨਾਂ ਦਾ ਕੋਰਸ ਕੀਤਾ ਹੋਣਾ ਚਾਹੀਦਾ ਜੀਐਨਐਮ ਨਰਸਿੰਗ ਜਾਂ ਫਿਰ ਬੀਐਸਸੀ ਨਰਸਿੰਗ ਜਾਂ ਫਿਰ ਪੋਸਟ ਬੇਸਿਕ ਨਰਸਿੰਗ। ਤੇ ਇਹਦੇ ਵਿੱਚ ਚਾਹੀਦਾ ਕੀ ਹੈ? ਤੁਸੀਂ +2 ਕੀਤੀ ਹੋਣੀ ਚਾਹੀਦੀ ਹੈ ਜੀ। +2 ਜਾਂ ਉਹਦੇ ਇਕੁਇਵਲੈਂਟ ਕੋਈ ਕੋਰਸ ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਡਿਪਲੋਮਾ ਜਾਂ ਡਿਗਰੀ ਕੁਝ ਵੀ ਹੋਣਾ ਚਾਹੀਦਾ ਹੈ ਔਰ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਜੀ PNRC ਦੀ, ਪੰਜਾਬ ਨਰਸਸ ਰਜਿਸਟ੍ਰੇਸ਼ਨ ਕਾਉਂਸਲ ਦੀ ਠੀਕ ਹੈ। ਤੁਹਾਡੇ ਕੋਲ ਰਜਿਸਟਰਡ ਨੰਬਰ ਹੋਣਾ ਚਾਹੀਦਾ RN ਕਹਿੰਦੇ ਜਿਹਨੂੰ ਆਪਾਂ ਰਜਿਸਟਰਡ ਨਰਸ। ਤੁਹਾਡੇ ਕੋਲ ਉਹ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜੀ ਡਾਈਟ ਸੁਪਰਵਾਈਜ਼ਰ ਦੀਆਂ ਪੋਸਟਾਂ ਹੈਗੀਆਂ ਇਹਦੇ ਵਿੱਚ ਠੀਕ ਹੈ। ਉਹ ਸਿਰਫ ਇੱਕ ਪੋਸਟ ਹੈ ਔਰ ਇਹਦਾ ਬੇਸਿਕ ਪੇ 29,200 ਹੈ। ਇਹਦੇ ਵਿੱਚ ਤੁਹਾਡੇ ਕੋਲੇ +2 ਹੋਣੀ ਚਾਹੀਦੀ ਹੈ ਔਰ ਤੁਹਾਡੇ ਕੋਲੇ ਸਰਟੀਫਿਕੇਟ ਜਾਂ ਡਿਪਲੋਮਾ ਹੋਣਾ ਚਾਹੀਦਾ ਡਾਇਟਿਕਸ ਦੇ ਵਿੱਚ। ਨੈਕਸਟ ਹੈਗੀ ਹੈ ਜੀ 8 ਪੋਸਟਾਂ ਹੈਗੀਆਂ ਨੇ ਹੋਸਟਲ ਅਸਿਸਟੈਂਟ ਦੀਆਂ। ਇਹਦਾ ਬੇਸਿਕ ਹੈਗਾ ਜੀ ਬੇਸਿਕ ਪੇ 19,900 ਹੈ। ਇਹਦੇ ਵਿੱਚ ਤੁਹਾਡੇ ਕੋਲੇ ਗ੍ਰੈਜੂਏਸ਼ਨ ਵਿਦ ਹੋਮ ਸਾਇੰਸ ਔਰ ਹੋਟਲ ਮੈਨੇਜਮੈਂਟ ਔਰ ਐਕਸਪੀਰੀਅੰਸ ਆਫ 1 year ਇਨ ਹਾਊਸਕੀਪਿੰਗ। ਉੱਪਰ ਵਾਲੀਆਂ ਮੇਲ ਦੀਆਂ ਸੀਗੀਆਂ, ਅਗਲੀਆਂ ਫੀਮੇਲ ਦੀਆਂ ਨੇ ਜੀ। ਇਹ 12 ਨੇ। ਇਹਦੇ ਵਿੱਚ ਤੁਹਾਡਾ ਬੇਸਿਕ ਪੇ ਸਕੇਲ 19,900 ਹੈ। ਸੇਮ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਜੀ ਗ੍ਰੈਜੂਏਸ਼ਨ ਵਿਦ ਹੋਮ ਸਾਇੰਸ ਔਰ ਹੋਟਲ ਮੈਨੇਜਮੈਂਟ ਔਰ ਐਕਸਪੀਰੀਅੰਸ ਆਫ 1 year ਆਫ ਹਾਊਸਕੀਪਿੰਗ। ਨੈਕਸਟ ਹੈਗੇ ਜੀ ਲੈਬ ਅਟੈਂਡੈਂਟ ਦੀਆਂ ਪੋਸਟਾਂ ਨੇ। ਉਹ ਹੈਗੇ ਨੇ 28 ਪੋਸਟਾਂ ਨੇ। ਬੇਸਿਕ ਪੇ ਹੈਗੀ ਹੈ ਜੀ 19,900। ਤੁਹਾਡੇ ਕੋਲੇ +2 ਵਿਦ ਸਾਇੰਸ ਹੋਣੀ ਚਾਹੀਦੀ ਹੈ ਔਰ ਤੁਹਾਡੇ ਕੋਲੇ ਡਿਪਲੋਮਾ ਹੋਣਾ ਚਾਹੀਦਾ ਲੈਬੋਰਟਰੀ ਟੈਕਨੋਲੋਜੀ ਦਾ। ਅਗਲੀਆਂ ਹੈਗੀਆਂ ਜੀ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਗ੍ਰੇਡ 2 ਦੀਆਂ ਪੋਸਟਾਂ। ਇਹ ਹੈਗੇ ਨੇ 16। ਇਹਦਾ ਪੇ ਸਕੇਲ ਹੈਗਾ 21,700। ਇਹਦੇ ਵਿੱਚ ਰਿਕੁਆਇਰਮੈਂਟ ਦੇਖੋ ਕੀ ਹੈ? ਸ਼ੁੱਡ ਹੈਵ ਪਾਸ ਦਾ ਸੀਨੀਅਰ ਸੈਕੰਡਰੀ ਪਾਰਟ 2 ਐਗਜ਼ਾਮੀਨੇਸ਼ਨ ਵਿਦ ਸਾਇੰਸ। ਮਤਲਬ +2 ਤੁਹਾਡੀ ਸਾਇੰਸ ਦੇ ਨਾਲ ਹੋਣੀ ਚਾਹੀਦੀ ਹੈ ਜਾਂ ਫਿਰ ਇਕੁਅਲੀ ਉਹਦੇ ਵਿੱਚ ਕੋਈ ਵੀ ਡਿਪਲੋਮਾ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਦਾ 2 ਸਾਲ ਦਾ ਠੀਕ ਹੈ ਜੀ। ਜਾਂ ਫਿਰ ਹੋਰ ਕੀ ਹੋ ਸਕਦਾ ਹੈ? ਸ਼ੁੱਡ ਹੈਵ ਅਬਟੇਨਡ ਡਿਪਲੋਮਾ ਇਨ ਡਿਪਲੋਮਾ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਆਫ 3 years ਡਿਊਰੇਸ਼ਨ ਫਰੋਮ ਅ recognized university after passing matriculation with science examination followed by 1 year work experience after diploma। ਜਾਂ ਫਿਰ ਡਿਗਰੀ ਹੋਣੀ ਚਾਹੀਦੀ ਹੈ BSc MLT ਦੀ। ਤੇ ਇਹਦੇ ਵਿੱਚ ਪ੍ਰੈਫਰੈਂਸ ਉਹ BSc ਵਾਲਿਆਂ ਨੂੰ ਦੇਣਗੇ। ਦੇਖ ਸਕਦੇ ਹੋ ਨੋਟ ਲਿਖਿਆ ਨੀਚੇ ਇਹਨਾਂ ਨੇ ਕਿ ਇਹ ਪ੍ਰੈਫਰੈਂਸ ਜਿਹੜੀ ਹੋ ਸਕਦਾ ਕਿ ਉਹ BSc ਵਾਲਿਆਂ ਨੂੰ ਦੇਣ। ਨੈਕਸਟ ਹੈਗੀਆਂ ਨੇ ਜੀ ਅਸਿਸਟੈਂਟ ਲਾਇਬ੍ਰੇਰੀਅਨ ਦੀਆਂ 9 ਪੋਸਟਾਂ ਨੇ। 9 ਪੋਸਟਾਂ ਨੇ 25,500 ਬੇਸਿਕ ਹੈ ਔਰ ਇਹਦੇ ਵਿੱਚ ਤੁਹਾਨੂੰ +2 ਪਲੱਸ ਡਿਗਰੀ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਸਾਇੰਸ ਦੀ। ਅਗਲੀ ਨੇ ਜੀ ਹੈਲਥ ਵਿਜ਼ਿਟਰ ਦੀਆਂ 2 ਪੋਸਟਾਂ ਨੇ 29,200 ਠੀਕ ਹੈ ਬੇਸਿਕ ਹੈ। ਇਹਦੇ ਵਿੱਚ ਤੁਹਾਡੇ ਕੋਲੇ +2 ਐਂਡ ਡਿਪਲੋਮਾ ਹੋਣਾ ਚਾਹੀਦਾ ਹੈ ਮਲਟੀਪਰਪਜ਼ ਹੈਲਥ ਵਰਕਰ ਮੇਲ ਔਰ ਫੀਮੇਲ ਦਾ। ਇਸ ਤੋਂ ਇਲਾਵਾ ਸ਼ੁੱਡ ਹੈਵ ਪਾਸਡ ਅ ਟ੍ਰੇਨਿੰਗ ਕੋਰਸ ਐਜ਼ ਟਿਊਬਰਕਲੋਸਿਸ ਹੈਲਥ ਵਿਜ਼ਿਟਰ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ। ਮਤਲਬ ਟਿਊਬਰਕਲੋਸਿਸ ਹੈਲਥ ਵਿਜ਼ਿਟਰ ਦਾ ਕੋਰਸ ਹੋਣਾ ਚਾਹੀਦਾ। ਅਗਲੇ ਨੇ ਜੀ ਫਾਰਮਾਸਿਸਟ ਦੀਆਂ ਫਾਰਮੇਸੀ ਆਫਿਸਰਸ ਦੀਆਂ 23 ਪੋਸਟਾਂ ਨੇ 29,200 ਇਹਦੀ ਬੇਸਿਕ ਹੈ। ਇਹਦੇ ਵਿੱਚ ਤੁਹਾਡੇ ਕੋਲੇ +2 ਹੋਣੀ ਚਾਹੀਦੀ ਹੈ ਸਾਇੰਸ ਦੇ ਨਾਲ ਔਰ ਡਿਗਰੀ ਹੋਣੀ ਚਾਹੀਦੀ ਹੈ ਬੈਚਲਰ ਆਫ ਫਾਰਮੇਸੀ ਦੀ। ਪਲੱਸ ਕੀ ਹੋਣਾ ਚਾਹੀਦਾ ਜੀ? ਸ਼ੁੱਡ ਹੈਵ ਪਾਸ ਦ 3 months ਪ੍ਰੈਕਟੀਕਲ ਟ੍ਰੇਨਿੰਗ ਇਨ ਐਨ ਇੰਸਟੀਟਿਊਟ ਅਪਰੂਵਡ ਬਾਈ ਦ ਫਾਰਮੇਸੀ ਕਾਉਂਸਲ ਆਫ ਇੰਡੀਆ ਪਲੱਸ ਸ਼ੁੱਡ ਬੀ ਰਜਿਸਟਰਡ ਐਜ਼ ਅ ਫਾਰਮਾਸਿਸਟ ਵਿਦ ਦ ਪੰਜਾਬ ਫਾਰਮੇਸੀ ਕਾਉਂਸਲ ਠੀਕ ਹੈ। ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੁਹਾਡੀ। ਨੈਕਸਟ ਨੇ ਜੀ ਐਨਸਥੀਸੀਆ ਟੈਕਨੀਸ਼ੀਅਨ ਦੀਆਂ। ਇਹ 2 ਪੋਸਟਾਂ ਨੇ 25,500 ਸੈਲਰੀ ਇਹਨਾਂ ਦੀ ਬੇਸਿਕ। ਸੇਮ +2 ਹੋਣੀ ਚਾਹੀਦੀ ਤੁਹਾਡੀ। ਸੇਮ +2 ਵਿਦ ਸਾਇੰਸ ਐਂਡ BSc ਐਨਸਥੀਸੀਆ ਟੈਕਨੋਲੋਜੀ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ ਜਾਂ ਫਿਰ ਡਿਪਲੋਮਾ ਹੋਣਾ ਚਾਹੀਦਾ ਆਪਰੇਸ਼ਨ ਥੀਏਟਰ ਅਸਿਸਟੈਂਟ ਦਾ ਵਿਦ 1 year ਐਕਸਪੀਰੀਅੰਸ
या फिर डिप्लोमा इन ICU टेक्नोलॉजी विद 1 ईयर रैलेवेंट एक्सपीरियंस। ठीक है जी। नैक्सट हैगी जी ऑक्यूपेशनल थैरापिस्ट दियाँ, ये 2 पोस्टां ने, 25,500 सैलरी है। +2 विद साइंस, 1 ईयर ट्रेनिंग और डिप्लोमा इन ऑक्यूपेशनल थैरेपी फ्रॉम अ रिकोगनाइज्ड इंस्टीट्यूट। अगे जी फिजियोथैरेपिस्ट दियाँ भी 2 पोस्टां ने, 25,500 बेसिक है, ये +2 विद साइंस है प्लस बैचलर्स डिग्री इन फिजियोथैरेपी। ECG टैक्नीशियन दा 5 पोस्टां ने, 21,700 बेसिक है जी, +2 होनी चाहिए विद साइंस और डिप्लोमा इन ECG विद 1 ईयर रैलेवेंट एक्सपीरियंस जी। नैक्सट ने जी MGPS टैक्नीशियन 6 पोस्टां ने, 25,500 इन्हां दी बेसिक, ये भी थोड़े कोले +2 विद साइंस एंड डिप्लोमा इन हॉस्पिटल गैस विद 2 ईयर्स एक्सपीरियंस इन मेडिकल गैस पाइपलाइन सिस्टम इन अ 200 बेडेड हॉस्पिटल और डिप्लोमा इन मैकेनिकल इंजीनियरिंग विद 2 ईयर्स एक्सपीरियंस इन मेडिकल गैस पाइपलाइन सिस्टम इन अ 200 बेडेड हॉस्पिटल। अगे ने जी OT असिस्टेंट दियाँ 24 पोस्टां ने, 21,700 इन्हां दी बेसिक है, ये थोड़े कोले +2 होनी चाहिए है जी, +2 दे नाल डिप्लोमा होना चाहिए ऑपरेशन थिएटर टैक्नीक दे विच, ये भी +2 साइंस दे नाल। अगे जी रेडियोग्राफर दे 4 पोस्टां ने, 29,200 बेसिक है, ये +2 विद साइंस और BSc रेडियोग्राफी एंड इमेजिंग टेक्नोलॉजी और डिप्लोमा इन रेडियोग्राफी विद 1 ईयर एक्सपीरियंस। हाँ जी लास्ट है रेडियोथेरेपी टैक्नीशियन दी पोस्ट, ये 2 पोस्टां ने जी, 25,500 इन्हां दा बेसिक है और ये +2 विद साइंस प्लस बैचलर्स डिग्री इन रेडियोथेरेपी टेक्नोलॉजी और BSc फिजिक्स विद डिप्लोमा इन रेडियोथेरेपी टेक्नोलॉजी। सो बाकी ਇਹਦਾ सिलेक्शन क्राइटेरिया लिखिया होया ਜਿਹਦੇ ਵਿੱਚ कि ਤੁਹਾਡੀ 10ਵੀਂ ਜਿਹੜੀ ਹੈਗੀ ਆ ਉਹ ਪੰਜਾਬੀ ਦੀ ਹੋਣੀ ਚਾਹੀਦੀ ਕੀਤੀ ਹੋਈ ਪੰਜਾਬੀ ਦੇ ਵਿੱਚ। ਠੀਕ ਹੈ, ਜਨਰਲ ਕੈਟੇਗਰੀ ਦੀ ਜਿਹੜੀ ਏਜ ਲਿਮਿਟ ਹੈ 37 ਇਅਰਸ ਹੈ ਤੇ ਜਿਹੜੀ ਆ ਬਾਕੀ ਕੈਟੇਗਰੀਜ਼ ਆਉਂਦੀਆਂ ਨੇ SC BC ਜਾਂ ਕੋਈ ਵੀ, ਠੀਕ ਹੈ, ਉਹਦੇ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਉਹ ਛੋਟ ਦਿੰਦੇ ਨੇ। ਇਸ ਤੋਂ ਇਲਾਵਾ ਜੀ ਇਹਦੇ ਵਿੱਚ ਜਿਹੜਾ ਰਿਜ਼ਰਵੇਸ਼ਨ ਆਫ ਪੋਸਟਸ ਫॉर ਵੂਮਨ ਰੂਲ ਹੈਗਾ ਉਹ ਵੀ ਅਪਲਾਈ ਹੋਏਗਾ। ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੇ ਜੀ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਨੇ, ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਨੇ, ਠੀਕ ਹੈ, ਸਾਰੀਆਂ ਸ਼੍ਰੇਣੀਆਂ ਦੇ ਵਿੱਚ ਉਹਨਾਂ ਨੂੰ ਵੀ ਛੋਟ ਮਿਲੇਗੀ। ਬਾਕੀ ਕੈਟੇਗਰੀ ਦੇ ਵਿੱਚ ਅਗਰ ਤੁਸੀਂ ਛੋਟ ਲੈਣੀ ਤਾਂ ਤੁਸੀਂ ਆਪਣਾ ਸਰਟੀਫਿਕੇਟ ਦੇਣਾ। ਇਸ ਤੋਂ ਇਲਾਵਾ ਜੇ ਅਗਰ ਕੋਈ ਤੁਹਾਡੇ ਕੋਲ ਐਕਸਪੀਰੀਅੰਸ ਸਰਟੀਫਿਕੇਟ ਹੈਗਾ ਆ ਜਾਂ ਤੁਸੀਂ ਬਣਵਾਉਣਾ ਆ ਤਾਂ ਜਿਹੜੀ ਲਾਸਟ ਡੇਟ ਹੈਗੀ ਅਪਲਾਈ ਕਰਨ ਦੀ ਉਸ ਤੋਂ ਪਹਿਲਾਂ ਉਹਨੂੰ ਬਣਵਾ ਲਿਓ। ਡੇਟ ਤੋਂ ਬਾਅਦ ਕਈ ਵਾਰ ਬਣਿਆ ਹੁੰਦਾ ਤਾਂ ਉਹ ਇਹਨੂੰ ਐਕਸੈਪਟ ਨਹੀਂ ਕਰਦੇ ਹੈਗੇ। ਬਾਕੀ ਜੋ ਅਗਰ ਰਿਜ਼ਰਵ ਕੈਟੇਗਰੀ ਦੇ ਸਰਟੀਫਿਕੇਟ ਅਗਰ ਨਹੀਂ ਬਣਦੇ ਉਦੋਂ ਤੱਕ ਤਾਂ ਉਹ ਵੀ ਜਿਹੜੇ ਕੈਂਡੀਡੇਟ ਨੇ ਜਰਨਲ ਕੈਟੇਗਰੀ ਵਿੱਚ ਚਲੇ ਜਾਣਗੇ। ठीक है जी, बाकी पढ़ लो तुसी सारा ये। और तनख्वाह का उन्होंने स्पैशली मैंशन किया कि 7th पे स्केल के अंडर मिलेगी और जी अप्लाई करने की डेट हैगी जी वो 1 दिसंबर तो शुरू होएगी और 10 दिसंबर जी हैगी जी लास्ट होएगी। ठीक है, 10 दिसंबर तक जी हैगी एप्लीकेशनस इनवाइट की गई ने। सो बाबा फरीद दी ऑफिशियल वैबसाइट पर भी तुसी देख सकते हो जी, नोटिफिकेशन आ चुकी है। क्लिक हेयर टू अप्लाई फॉर स्टाफ नर्सिस रिक्रूटमेंट, ठीक है, अंडर एडवरटीजमेंट ऑफ BFU 21/7। ठीक है, इस आ चुकी है जी रिक्रूटमेंट, तुसी हुणे इनू अप्लाई कर दो। तुसी इनू क्लिक करोगे तो इहदे विच थोड़ी रजिस्ट्रेशन जिहड़ी हैगी आ वो शुरू हो चुकी है। न्यू रजिस्ट्रेशन ते क्लिक करना है, उस तो बाद थोड़े कोले, ठीक है जी, ये सारा थोड़ा फॉर्म हैगा जिहड़ा ये फिल करना है। इस तो इलावा जिन्होंने रिजर्वेशन जी कैटेगरीज हैगियां सी, जो भी रिजर्वड सीट्स ने उन्हों की एक लिस्ट ये लगाई है। देखो स्टाफ नर्सिस दे विच टोटल 922 पोस्टां ने, जरनल दियां 260 ने, जिहड़े फीमेल्स दे लई रिजर्वड पोस्टां ने जरनल दे विच ओह 102 ने, SC/MB दियां 55 पोस्टां ने, SC/MB दियां जिहड़ियां फीमेल दे रिजर्वड पोस्टां ने 37 ने, SC/RO दियां 55 ने जी, SC/RO दियां रिजर्वड फॉर वूमन दियां जिहड़ियां हैगियां 37 ने, BC कैटेगरी दा 54 ने, BC दे विच रिजर्वड फॉर वीमन जिहड़ियां हैगियां 37 ने जी, ESM दियां 28 ने, ESM दियां जो फीमेल दियां रिजर्वड हैगियां 36 ने जी, ESM SC/MB दियां 18 ने, ESM दे अंडर SC/RO दियां 19 ने, हैंडीकैप्ड 37 ने जी, जरनल EWS दियां 65 पोस्टां ने जी, जरनल EWS दे विच रिजर्व जिहड़े फीमेल पोस्टां हैगियां 26 ने,
BC ਕੈਟਾਗਰੀ ਦੇ ਵਿੱਚ ESM ਦੀਆਂ ਪੋਸਟਾਂ 19 ਨੇ ਜੀ, ਸਪੋਰਟਸ ਦੀਆਂ 9 ਨੇ, M&B ਦੀਆਂ ਸਪੋਰਟਸ ਦੀਆਂ 5 ਨੇ ਜੀ, R&O ਦੇ ਵਿੱਚ ਸਪੋਰਟਸ ਦੀਆਂ SC ਦੇ ਵਿੱਚ 5 ਨੇ ਜੀ, ਸਪੋਰਟਸਮੈਨ ਇਹਦੇ ਵਿੱਚ ਵੀ ਵੀਮਨ ਦੀਆਂ ਜਿਹੜੇ ਰਿਜ਼ਰਵਡ ਹੈਗੀਆਂ ਨੇ 9 ਨੇ, ਔਰ ਫਰੀडम फाइटर ਦੀਆਂ 9 ਨੇ। ਸੋ ਇਹ ਸਾਰੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੀਆਂ ਪੋਸਟਾਂ ਕਿਹੜੀ ਕੈਟਾਗਰੀ ਦੇ ਅੰਡਰ ਆਉਂਦੀਆਂ ਨੇ। ਡਾਈਟ ਸੁਪਰਵਾਈਜ਼ਰ ਦੇ ਵੀ ਚੈੱਕ ਕਰ ਸਕਦੇ ਹੋ ਤੁਸੀਂ, ਸਾਰੀਆਂ ਪੋਸਟਾਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਜੀ। ਠੀਕ ਹੈ, ਟੋਟਲ 1068 ਜਿਹੜੀਆਂ ਪੋਸਟਾਂ ਹੈਗੀਆਂ ਨੇ ਜੀ, ਔਰ ਸਾਰੀਆਂ ਇਹ ਰਿਜ਼ਰਵਡ ਕੈਟਾਗਰੀ ਵਾਲੀਆਂ ਪੋਸਟਾਂ ਨੇ। ਹਾਂਜੀ, ਜਿਨ੍ਹਾਂ ਨੇ ਸਟਾਫ ਨਰਸਿਸ ਔਰ ਨਰਸਿੰਗ ਆਫਿਸਰਸ ਦੀਆਂ ਅਸਾਮੀਆਂ ਫਿਲ ਕਰਨੀਆਂ ਨੇ ਉਹਨਾਂ ਲਈ ਇੱਕ ਨਿਊਜ਼ ਹੈ ਜੀ, ਆਪਾਂ ਇਸ ਚੈਨਲ ਦੇ ਉੱਪਰ ਸਟਾਫ ਨਰਸਿਸ ਦੇ ਪ੍ਰੀਵੀਅਸ ਈਅਰ ਬਾਬਾ ਫਰੀਦ ਦੇ ਕੁਐਸਚਨ ਪੇਪਰਸ ਔਰ ਬਾਕੀ ਹੋਰ ਕੁਐਸਚਨ ਪੇਪਰਸ ਅਪਲੋਡ ਕਰਾਂਗੇ, ਤੁਹਾਨੂੰ ਇਸ ਚੈਨਲ ਦੇ ਉੱਪਰ ਤਿਆਰੀ ਕਰਵਾਵਾਂਗੇ। ਸੋ ਇਸ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਓ, ਔਰ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਕੁ ਜਿਹੜੇ ਕੈਂਡੀਡੇਟ ਹੈਗੇ ਨੇ ਉਹ ਨਰਸਿੰਗ ਆਫਿਸਰਸ ਨੇ, ਤਾਂ ਕਿ ਆਪਾਂ ਜਿਹੜੇ ਕੁਐਸਚਨ ਪੇਪਰਸ ਹੈਗੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਡੀ ਕਰ ਸਕੀਏ। ਥੈਂਕ ਯੂ ਜੀ ਐਂਡ ਬੈਸਟ ਆਫ ਲੱਕ ਸਾਰਿਆਂ ਨੂੰ।